निकी गोद विच जुड़ बैठे गुरु रूप गुरु प्यारी साध संगत जीओ। वाहिगुरू जी का खालसा वाहिगुरू जी की फतेह। सो जिस तरह गुरमुखां ने बेनती की है कि अकाल तख्त साहिब पासों जो 10 मिनट के लिए इन्हां शहीदी जोड़ मेलियां नूं समर्पित वाहिगुरू गुरमंत्र के जाप का हुक्म होया है। सो आओ आप सारे रल के मन सुरत जित नूं एकागर करदे होए नेत्र बंद करके जो गुरबाणी गुरु का हुक्म है धुन मैं ध्यान मैं जानिया गुरमुख अकथ कहानी आप दे मुख दे रही वाहिगुरू गुरमंत्र का उच्चारण करना है। आपकी आवाज को सुनदे होए अखा बंद करके अभ्यास करिए जी। आओ सारे गुरमुख नेत्र बंद करके बोल के अभ्यास शुरू करो जी। वाहिगुरू 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 सारे ने किसी ने भी बोलना बस नहीं गुरु सारे ने वाहिगुरू 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 जी की फतेह। धन धन साहिब श्री गुरु ग्रंथ साहिब जी महाराज सच्चे पातशाह जिन्हां दे वचन ने वडभागी हर संगत पावै भागहीन भरम चोटा खावै विण भागा सत संग न लभै विण संगत मैल भरीजै जीव। सच्चे पातशाह कहते कि जेकर पुरले जन्मां दे विच बहुत वड्डे भाग होण हर जन्म का जन्म उस सच्चे पातशाह की मनुख उस्तत करता रहा होवे बेनतियां जोगड़ियां करता रहा होवे कि सच्चे पातशाह मैनू मिलाप दे लई रस्ता बख्शो। उन्हां लखां करोड़ां बेनतियां नूं सुणदियां होइयां जदों अकाल पुरख सच्चे पातशाह की खुशी होती है फिर उसनूं सच्ची संगत दे विच लैके आउंदे हैं। सच्ची संगत की निशानी दसदे हैं कि सच्ची संगत की है। महाराज कहते सच्ची संगत वो है जिथे इको नाम अते सच की पुस्तक होती है। किसी भी आकार की किसी 84 लाख जून के आकार की पुस्तक नहीं। अकाल पुरख के प्रकाश उस नूर की जो पुस्तक होती है उसका जाप होता है उथे जाके हरि के गुण सीखे जा सकते हैं। महाराज कहते सत संगत सतगुर चटसाल है जित हर गुण सीखा। सत संगत कैसी जानी है जिथे एको नाम बखानी है। एको नाम हुक्म है नानक सतगुर दिया बुझा जीओ। हुण जिवें कि आपां छोटे बच्चों की साहिबजादियां की गुरु घर के वाजे हुए अकाल पुरख के घर तो धुन वाजे हुए साहिबजादियां की लसानी शहादत
ਦੇ ਵਿੱਚ ਅਨੇਕਾਂ ਗੁਰਮੁਖਾਂ ਗੁਰਸਿੱਖਾਂ ਨੇ ਜਿਨ੍ਹਾਂ ਨੇ ਧਰਮ ਯੁੱਧ ਦੇ ਪਿੱਛੇ ਇਸ ਧਰਤੀ ਦੇ ਉੱਪਰ ਅਕਾਲ ਪੁਰਖ ਦੀ ਸੱਤਾ ਨੂੰ ਕਾਇਮ ਕਰਨ ਦੇ ਲਈ ਅਨੇਕਾਂ ਸ਼ਹੀਦੀਆਂ ਦਿੱਤੀਆਂ। ਉਹਨਾਂ ਦੀ ਯਾਦ ਦੇ ਵਿੱਚ ਆਪਾਂ ਜੁੜ ਕੇ ਮਿਲ ਕੇ ਬੈਠ ਕੇ ਸੱਚੇ ਪਾਤਸ਼ਾਹ ਦੀ ਵਿਚਾਰ ਕਰ ਰਹੇ ਹਾਂ, ਇਕੱਠੇ ਹੋਏ। ਗੱਲ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ। ਜਦੋਂ ਪਾਤਸ਼ਾਹ ਨੇ ਇਸ ਸੰਸਾਰ ਦੇ ਵਿੱਚ ਆ ਕੇ ਸੱਚ ਦਾ ਹੋਕਾ ਦਿੱਤਾ, ਭਗਤੀ ਤਾਂ ਉਸ ਸਮੇਂ ਵੀ ਆਪਾਂ ਦੇਖਦੇ ਹਾਂ ਇਤਿਹਾਸ ਨੂੰ, ਉਸ ਸਮੇਂ ਵੀ ਭਗਤੀ ਹੋ ਰਹੀ ਸੀ, ਪੂਜਾ ਕੀਤੀ ਜਾ ਰਹੀ ਸੀ, ਅਨੇਕਾਂ ਜਪ ਤਪ ਕੀਤੇ ਜਾ ਰਹੇ ਸੀ। ਪਰ ਉਹਨਾਂ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇਖਦੇ ਹੈ ਫਰਕ ਸੀ ਉਸ ਪੂਜਾ ਦੇ ਵਿੱਚ। ਉਸ ਵਕਤ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਚਾਰ ਸ਼ੁਰੂ ਕੀਤਾ, ਉਹ ਪੂਜਾ ਅਕਾਲ ਦੀ ਨਹੀਂ ਆਕਾਰ ਦੀ ਹੋ ਰਹੀ ਸੀ। ਪਰ ਉਹਦੇ ਵਸ ਪੈ ਕੇ ਕੋਈ ਰੁੱਖਾਂ ਨੂੰ ਬਿਰਖਾਂ ਨੂੰ ਪੂਜ ਰਿਹਾ, ਕੋਈ ਜਾਨਵਰਾਂ ਦੀ ਪੂਜਾ ਕਰਦਾ ਪਿਆ, ਕੋਈ ਪੱਥਰ ਦੀ, ਘੋਮੜੀਆਂ ਦੀ, ਮਸਾਣੀਆਂ ਦੀ, ਵੱਖ-ਵੱਖ ਆਕਾਰਾਂ ਦੀ ਪੂਜਾ ਕਰਦਾ ਪਿਆ, ਕੋਈ ਉੱਠੇ ਲੰਘ ਕੇ ਪੂਜਾ ਕਰਦਾ ਸੀ, ਕੋਈ ਪਾਣੀ ਦੇ ਵਿੱਚ ਖੜ ਕੇ ਪੂਜਾ ਕਰਦਾ ਸੀ। ਤਾਂ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਭਰਮ ਦੇ ਵਸ ਜੀਵ ਜੋ ਮਾਇਆ ਦੇ ਵਿਚਾਰਾਂ ਦੇ ਵਿੱਚ ਅਗਿਆਨੀ ਅਨਾੜੀ ਅਸੰਤ ਜਿਹੜੇ ਨੇ, ਉਹਨਾਂ ਦੀ ਧਰਮ ਦੀ ਅਗਵਾਈ ਦੇ ਵਿੱਚ ਆਪਦਾ ਜੀਵਨ ਦਾ ਰਾਹ ਗਵਾ ਰਹੀ ਹੈ। ਪਾਤਸ਼ਾਹ ਨੇ ਸੱਚ ਦਾ ਹੋਕਾ ਦੇ ਕੇ ਸਭ ਮੈਂ ਜੋਤ ਹੈ ਸੋਏ, ਤਿਸ ਦੇ ਜਾਣਨ ਸਭ ਮੈਂ ਜਾਣਨ ਹੋਏ, ਇਸ ਦਾ ਹੋਕਾ ਦਿੱਤਾ ਵੀ ਤੁਸੀਂ ਜੋਤ ਸੱਚ ਅਕਾਲੀ ਪ੍ਰਕਾਸ਼ ਦੇ ਨਾਲ ਜੋ ਗੁਪਤ ਨਾਮ ਸਾਰੇ ਬ੍ਰਹਿਮੰਡ ਦੇ ਵਿੱਚ ਅਨਾਹਤ ਰੂਪ ਦੇ ਵਿੱਚ ਵੱਜਦਾ ਪਿਆ ਹੈ, ਜਿਸ ਦੇ ਬਾਰੇ ਆਪਾਂ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਹਾਂ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਮ। ਘਟ ਘਟ ਦੇ ਵਿੱਚ ਗੁਪਤ ਨਾਦ ਜੋ ਵੱਜਦਾ ਪਿਆ ਹੈ, ਮਹਾਰਾਜ ਕਹਿੰਦੇ ਤੁਸੀਂ ਉਸ ਦੀ ਖੋਜ ਕਰੋ। ਹੁਣ ਜਿਹੜੇ ਉਸ ਵਕਤ ਦੇ ਇੱਕ ਮਹਾਰਾਜ ਨੇ ਗੁਰਬਾਣੀ ਵਿੱਚ ਸੰਤ ਕਿਹਾ ਹੈ, ਇੱਕ ਅਨਾੜੀ ਅਸੰਤ ਕਿਹਾ ਹੈ। ਅਨਾੜੀ ਅਸੰਤ ਜੋ ਕਿ ਆਕਾਰ ਦੀ ਪੂਜਾ ਕਰਾਉਂਦਾ, ਪੱਥਰਾਂ ਦੀ, ਜਾਨਵਰਾਂ ਦੀ, ਰੁੱਖਾਂ ਬਿਰਖਾਂ ਦੀ ਪੂਜਾ ਕਰਵਾਉਂਦਾ, ਉਸਨੂੰ ਉਸ ਮਾਲਕ ਦੇ ਨੂਰ ਦਾ ਕੋਈ ਭੇਦ ਨਹੀਂ। ਜਦੋਂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਸੱਚ ਦਾ ਹੋਕਾ ਦੇਣਾ ਸ਼ੁਰੂ ਕੀਤਾ, ਕਿਸੇ ਖਾਸ ਜਾਤ ਮਜ਼ਹਬ ਧਰਮ ਦੇ ਵਿੱਚ ਨਹੀਂ, 4 ਵਰਨਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਨਾਮ ਸੱਚ ਦੀ ਵਡਿਆਈ ਦੀ ਉਸਤਤ ਹੋਈ, ਜੋ ਵੱਡੇ ਭਾਗਾਂ ਵਾਲੇ ਜੀਵ ਸੀ, ਜਿਨ੍ਹਾਂ ਦੇ ਕੋ ਪੁਰਬ ਨੇ ਕਰਮਾਂ ਦੀ ਪੂੰਜੀ ਸੀਗੀ, ਜੋ ਨਾਮ ਦੇ ਜਹਾਜ਼ ਦੇ ਉੱਪਰ ਸਮਾਏ ਹੋਏ ਸੀਗੇ, ਜੋ ਵਿਰਾਗੀ ਗੁਰਮੁਖ ਸੀਗੇ, ਉਹ ਉਹਨਾਂ ਦੀ ਗੱਲ ਨਾਲ ਸਹਿਮਤ ਹੋ ਗਏ। ਗੱਲ ਨਾਲ ਸਹਿਮਤ ਹੁੰਦਿਆਂ ਉਹ ਆਪ ਅਕਾਲੀ ਨੂਰ ਸੀ, ਧੁਰੋਂ ਸਤਿਗੁਰ ਥਾਪ ਕੇ ਆਏ ਸੀ। ਜਿਵੇਂ ਜਿਵੇਂ ਕਹਾਣੀ ਅੱਗੇ ਤੁਰਦੀ ਗਈ, ਜੋ ਅਨਾੜੀ ਅਸੰਤ ਧਰਮ ਦੇ ਠੇਕੇਦਾਰ ਬਣੇ ਹੋਏ ਸੀਗੇ, ਉਹਨਾਂ ਨੂੰ ਭਾਜਣਾ ਪੈਣੀਆਂ ਸ਼ੁਰੂ ਹੋ ਗਈਆਂ ਵੀ ਇਹ ਕੋਈ ਨਵਾਂ ਹੀ ਪੀਰ ਪੈਗੰਬਰ ਹੈ, ਕੋਈ ਨਵਾਂ ਹੀ ਅਵਤਾਰੀ ਪੁਰਖ ਹੈ ਜੋ ਸਭ ਤੋਂ ਨਵੇਕਲੀ ਗੱਲ ਕਰਦਾ ਹੈ। ਸੱਚੇ ਪਾਤਸ਼ਾਹ ਨੇ ਜੋ ਹਰੀ ਦੀ ਪਹਿਚਾਣ ਕਰਾਈ, ਉਹਨਾਂ ਨੇ ਬਾਹਰੀ ਕਿਸੇ ਨਾਲ ਨਹੀਂ, ਉਹਨਾਂ ਨੇ ਇਸ ਸਰੀਰ ਦੀ ਖੋਜ ਕਰਵਾ ਕੇ ਇਹ ਕਿਹਾ ਵੀ ਜੇ ਤੁਸੀਂ ਹਰੀ ਦੇ ਨਾਲ ਮਿਲਾਪ ਕਰਨਾ ਹੈ ਤਾਂ ਮਹਾਰਾਜ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਹਰ ਮੰਦਰ ਮੈਂ ਹਰ ਵਸੈ ਸਰਬ ਨਿਰੰਤਰ ਸੋਏ। ਹਰੀ ਕਿਹੜਾ? ਉਹਨਾਂ ਪ੍ਰਕਾਸ਼ ਰੂਪ ਹਰੀ ਦੱਸਿਆ। ਸੰਸਾਰੀ ਜੀਵ ਕੋਈ ਰਾਮ ਜਪਦਾ, ਕੋਈ ਹਰੀ ਜਪਦਾ, ਕੋਈ ਅੱਲਾ ਜਪਦਾ, ਉਹਨਾਂ ਨੇ ਆ ਕੇ ਅਨਾਹਤ ਬਾਣੀ ਦੀ ਗੱਲ ਕੀਤੀ ਕਿ ਇਸ ਸਰੀਰ ਦੇ ਵਿੱਚ ਲਗਾਤਾਰ ਉਸ ਕਰਤੇ ਦੇ ਸਾਜ਼ ਵੱਜਦੇ ਪਏ। ਤੁਹਾਡੇ ਸਰੀਰ ਦੇ ਵਿੱਚ ਇੱਕ ਸੂਖਮ ਸਰੀਰ ਹੈ ਜਿਸ ਦੇ ਵਿੱਚ ਲਗਾਤਾਰ ਉਸ ਮਾਲਕ ਅਕਾਲ ਪੁਰਖ ਦਾ ਪ੍ਰਕਾਸ਼ ਚੱਲ ਰਿਹਾ ਹੈ।
और वो अनाहत बाणी बजदी पई है जो ना किसी देवनागरी विच है, ना संस्कृत विच है, ना किसी भाषा विच है, और वो सच्चा नाम है, उसके नाम तुसीं जुड़ो। जदों इस तरह नवीं गल चली संसार दे विच, क्योंकि आम तौर पर आप देख लेते हैं कि सतगुरु लोग कह देते हैं कि वो एक अनपढ़ सी, ज्यादा पढ़े नहीं, उन्होंने छोटी उम्र बुद्धियां चलाउण ला दिता, बस इत्थों तक ही सी। पर जो आप उन्होंने जीवन सारा पढ़ते हैं भाई, बहुत ही बार इस तरह भी होता है कि इतिहास के कुछ बलबले, कुछ कहानियां गलत भी किसी हिसाब से प्रचारित कर दी जाती है। पर जो आप उन्होंने प्रचार का ढंग देखते हैं, सच्चे पातशाह ने चाइना के प्रचार किया, रशिया के जाके प्रचार किया, उन्होंने जापान के नेड़े के इलाके के जाके प्रचार किया। आप देखते हैं कि अज आप 20 किलोमीटर तो परे चले जाइए तो बोली बदल जाती है, एक स्टेट तो दूसरी स्टेट में चले जाइए भाषा बदल जाती है। तो जेकर उन्होंने चाइना के, रशिया के, श्रीलंका के, बगदाद प्रचार किया, उन्हें के कित्तियां के जाके जिथे वखरियां वखरियां बोलियां सी, तां उन्होंने अध्यात्म के नाल जिहड़ी दुनियावी विद्या के भी बहुत बड़े धनी सी, वो एक अनपढ़ नहीं सी। वो बचपन के जो उन्होंने मतियां चारियां जां उन्होंने चोज कीते, वो एक ब्रह्म की गल समझाउण दे लई लोगों के अगे उस सच का खजाना जिहड़ा लेके सी उहनूं प्रगट करन दे लई कीते। हुण जदों गल पहले गुरु नानक तो चलती है, चलती चलती गुरु अंगद देव, गुरु अमरदास जी के घर तो होंदी हुई गुरु रामदास, गुरु अर्जन देव महाराज जी के घर तक जो पहुंचती है, उन्हें तो बहुत बड़ा एक संगती रूप के हाड़ होना शुरू हो गया। लोगों ने वो सवाल करने शुरू कर दिते, जो कोई उन्होंने पत्थर की पूजा चलाता, जो कोई उन्होंने अज्ञानता का ज्ञान दिता, लोगों ने प्रोग्राम की कहानी के आधार पर सवाल करने शुरू कर दिते। हुण इन्ना बखला गए लोग जो अनाड़ी समय के ब्राह्मण सी, पंडित सी, जदों वो ज्ञान की गल करते अगों संसारी जीवन में इन्नी सत्या कायम हो गई सी, वो अगों उसका जवाब भी ज्ञान नाल दिंदे। फिर जो पहली शहीदी हुई है, उन्होंने गुरु नानक के घर की शान शौकत को देखते हुए जो बस नहीं चलिया, क्योंकि पंजवें पातशाह ने जो गुरु नानक के घर की कहानी सच्चे पातशाह ने लिख के सानू समझाउंदे पए सी, वो सारी नानक बाणी को इकट्ठा करके इलाकिਆਂ ਦੇ ਵਿੱਚ ਹੋਰ भी गां दी गां होगा दवा दिता भी ਜਿਹੜਾ भी कोई गुरमुख संत साधु इस चौथे पद के आधार ते ब्रह्म के नाल कोई आपकी अवस्था रखदा है, वो आप दी सानू बाणी भेज देवे, वो आप दी लिखत सानू भेज देवे, असीं भोग करके ते जेकर गुरु नानक दी कसमटी ते खरी उतरदी होई ते उस नूं आने वाले युग के लिए एक बहुत बड़ा वेद साजिया जा रहा है, बहुत बड़ा ग्रंथ साजिया जा रहा है, जिसनों के आने वाली बुकाई के विच अटल सत्या मिलेगी, उस दर्ज करनी है। हुण उस समय के जो कुछ कवि सी के हाशम वर्गे, उसके बली वर्गे, ऐसे कुछ कवि सी जो उसकी उदों की समय की सरकार के नाल संबंध रखते सी, उन्होंने बाणी भेजी। जो उस समय का प्रचार चलता सीगा, उन्होंने भी गुरु साहब को आके कहा कि साडी बाणी दर्ज कर दिता जाए। पर जदों उन्होंने संतां दी महाराज ने भोग की, तां उस दे विच फिर किते ना किते कुछ संसारी विच मंशा जां किसी धर्म जात मजहब को लेकर कटाक्ष किया होया सीगा, महाराज ने ना कर दित्ती। हुण कुछ तरह गुरु नानक के घर की वडियाई इन्नी सी, कुछ एक अकाल की पूजा करके किसी दूसरे की परवाह नहीं, किसी के ही बात सच्चे नाम इस धर्म के सिद्धांत पर चलते सी, परवाह नहीं सी करते किसी के, बेशक राज नहीं सी, भाग नहीं सी, पर फिर भी इन्नी शौहरत, इन्नी ताकत, इन्नी वडियाई समय की सरकार, समय के अनाड़ी संत झल न सके। हार के उन्होंने पंजवें पातशाह के उपरत शब्द किया
ਕੀਤਾ। ਗੁਰੂ ਘਰ ਦੇ ਵਿੱਚ ਜਿਹੜੀ ਹੈ ਪਹਿਲੀ ਸ਼ਹੀਦੀ ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋਈ। ਇਸ ਕਰਕੇ ਅਸੀਂ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ। ਜਦੋਂ ਇਸ ਤਰੀਕੇ ਮਹਾਰਾਜ ਦੇ ਉੱਪਰ ਉਹਨਾਂ ਦੇ ਦੁਨਿਆਵੀ ਸਰੀਰ ਤੇ ਤਸ਼ੱਦਦ ਕੀਤਾ ਗਿਆ ਕਿ ਆਪਾਂ ਦੇਖਦੇ ਹਾਂ ਕਿ ਅੱਤ ਦਾ ਤੇ ਖੁਦਾ ਦਾ ਵੀ ਵੈਰ ਹੁੰਦਾ ਹੈ। ਉਸ ਤੋਂ ਬਾਅਦ ਜਿੱਥੇ ਕੱਲੀ ਇਹ ਸਰੀਰ ਦੀ ਦੇਖ ਵਰਤਾਈ ਜਾਂਦੀ ਸੀ, ਸੰਤ ਬਿਰਤੀ ਦੇ ਨਾਲ ਕਰੀਬਨ 100 ਸਾਲ ਪ੍ਰਚਾਰ ਚੱਲਿਆ। ਜਦੋਂ ਇਸ ਤਰੀਕੇ ਤਸ਼ੱਦਦ ਹੋਣ ਲੱਗੀ ਤਾਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਸ਼ੱਦਦ ਨੂੰ ਦੇਖਦਿਆਂ ਹੋਇਆ, ਸਮੇਂ ਦੀ ਹਕੂਮਤ ਨੂੰ ਵਿਚਾਰਦੇ ਹੋਏ ਪਹਿਲੀ ਵਾਰ ਜਿਹੜੇ ਨੇ ਸ਼ਸਤਰ ਚੁੱਕੇ, ਦਮਾਲਾ ਸਜਾਇਆ, ਚੋਲਾ ਸਜਾਇਆ, ਸ਼ਸਤਰ ਸਜਾਇਆ। ਜੋ ਦਮਾਲੇ ਦੀ, ਚੋਲੇ ਦੀ ਤੇ ਸ਼ਸਤਰਾਂ ਦੀ ਦਾਤ ਮਿਲੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਿਲੀ ਹੈ। ਔਰ ਫਿਰ ਸੰਤ ਦੇ ਨਾਲ ਸਿਪਾਹੀ ਦਾ ਰੋਲ ਅਦਾ ਕੀਤਾ। ਜਿੱਥੇ ਪਹਿਲਾਂ ਸੰਤ ਬਿਰਤੀ ਵਿੱਚ ਪ੍ਰਚਾਰ ਹੋਇਆ, ਪਰ ਪ੍ਰਚਾਰ ਨਾਮ ਦੀ ਜੋ ਅਕਾਲੀ ਹੋਕਾ ਸੀਗਾ ਉਸ ਨੂੰ ਸਮੇਂ ਦੇ ਰਹਿਬਰ ਜਿਹੜੇ ਸੀਗੇ ਉਹ ਅੱਗੇ ਨਹੀਂ ਸੀ ਵਧਣ ਦਿੰਦੇ। ਨਾਮ ਸੱਚ ਦੀ ਵਡਿਆਈ ਦੇ ਲਈ ਸ਼ਹੀਦੀਆਂ ਦੇਣੀਆਂ ਸ਼ੁਰੂ ਕਰ ਦਿੱਤੀ। ਜਿੱਥੇ ਸ਼ਹੀਦੀ ਦਾ ਦੌਰ ਸੀ ਉੱਥੇ ਸ਼ਹੀਦੀ ਦਿੱਤੀ ਜਾਂਦੀ, ਜਿੱਥੇ ਮੈਦਾਨੇ ਜੰਗ ਦਾ ਦੌਰ ਹੁੰਦਾ ਉੱਥੇ ਫਿਰ ਜੰਗਾਂ ਯੁੱਧਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਹੁਣ ਕਰਦਿਆਂ 7ਵੇਂ 8ਵੇਂ 9ਵੇਂ ਪਾਤਸ਼ਾਹ ਤੋਂ ਗੱਲ 10ਵੇਂ ਪਾਤਸ਼ਾਹ ਤੱਕ ਆ ਗਈ। 1500 ਤੋਂ ਪ੍ਰਚਾਰ ਸ਼ੁਰੂ ਹੋਇਆ ਸੀ। 1708 ਦੇ ਵਿੱਚ ਸੱਚੇ ਪਾਤਸ਼ਾਹ ਨੇ ਘਰ ਵਾਪਸੀ ਕੀਤੀ ਹੈ। 10ਵੇਂ ਪਾਤਸ਼ਾਹ ਨੇ ਕਰੀਬਨ 200 ਸਾਲ ਗੁਰੂ ਘਰ ਦੇ ਵਿੱਚ ਪ੍ਰਚਾਰ ਚੱਲਿਆ। ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ 30-40 ਸਾਲ ਤੱਕ ਧਰਮ ਯੁੱਧ ਮੋਰਚਾ ਜੋ ਰਹਿੰਦੇ ਗੁਰਸਿੱਖ ਗੁਰੂ ਸੀ ਉਹਨਾਂ ਨੇ ਫਤਿਹ ਕੀਤਾ। 250 ਸਾਲ ਦਾ ਪ੍ਰਚਾਰ ਇਸ ਧਰਤੀ ਦੇ ਉੱਪਰ ਦਸੇ ਪਾਤਸ਼ਾਹੀਆਂ ਨੇ ਕਰੀਬਨ 250 ਸਾਲ ਦਾ, ਔਰ ਉਹਨਾਂ ਦੇ ਵੱਲੋਂ ਵਰਸਾਏ ਹੋਏ ਗੁਰਸਿੱਖ ਗੁਰਮੁਖ ਸੰਤਾਂ ਭਗਤਾਂ ਨੇ ਕੀਤਾ। ਜਿਵੇਂ ਜਿਵੇਂ ਗੁਰਮੁਖ ਸੱਚ ਦੇ ਵਿੱਚ ਸਮਾਉਂਦੇ ਗਏ, ਉਹਨਾਂ ਦੀਆਂ ਨਸਲਾਂ ਪੀੜ੍ਹੀਆਂ ਆਉਣ ਵਾਲੀਆਂ ਜੋ ਅੱਜ ਤੱਕ ਉਹ ਨਾਨਕ ਨਾਮ ਲੇਵਾ ਪ੍ਰਚਾਰ ਅਟੱਲ ਰਹੇ। ਹੁਣ ਜਦੋਂ 10ਵੇਂ ਪਾਤਸ਼ਾਹ ਦਾ ਦੌਰ ਆਉਂਦਾ ਹੈ, ਉਹਨਾਂ ਦੇ ਕੋਲ ਗੁਰਿਆਈ ਆਉਂਦੀ ਹੈ, ਉਦੋਂ ਗੁਰੂ ਘਰ ਦੇ ਨਾਲ ਛੇਤੀ ਕਰਕੇ ਕੋਈ ਮਾੜੇ ਦਿਲ ਦਾ ਜੋ ਸੰਸਾਰੀ ਜੀਵ ਸੀ ਉਹ ਜੁੜਦਾ ਨਹੀਂ ਸੀ। ਕਿਉਂਕਿ ਸ਼ਹੀਦੀਆਂ ਦਾ ਦੌਰ ਇੰਨਾ ਚੱਲਦਾ ਸੀ, ਜੰਗਾਂ ਦਾ ਇੰਨਾ ਦੌਰ ਚੱਲਦਾ ਸੀ, ਜਿਹੜੇ ਕੱਚੇ ਮਨ ਦੇ ਕੱਚੇ ਸਨ। ਜਦੋਂ 9ਵੇਂ 10ਵੇਂ ਪਾਤਸ਼ਾਹ ਕੋਲ ਗੁਰਿਆਈ ਆਈ ਹੈ, ਛੇਤੀ ਕਰਕੇ ਕੋਈ ਗੁਰੂ ਘਰ ਪਾਸੇ ਕੋ ਨਹੀਂ ਸੀ ਕਰਦਾ, ਸਿਰਫ ਬੰਦਗੀ ਵਾਲੇ ਗੁਰਮੁਖ ਸੀ। ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਗੁਰੂ ਨੇ ਸਾਡੇ ਤੋਂ ਤਨ ਮਨ ਧਨ ਦੀ ਫੀਸ ਲਈ ਹੋਈ ਹੈ। ਇਹ ਕਿਸੇ ਵੀ ਸਮੇਂ ਸਾਡੇ ਤੋਂ ਸਰੀਰ ਦੀ, ਮਨ ਦੀ, ਤਨ ਦੀ ਕਿਸੇ ਵੀ ਬਾਰੀ ਦੇ ਉੱਪਰ ਸਾਨੂੰ ਖਰਾ ਉਤਾਰ ਸਕਦਾ। ਹੁਣ ਜੋ ਗੁਰੂ ਘਰ ਦੇ ਵਿੱਚ ਗੁਰਮੁਖ ਰਹਿ ਗਏ ਸੀ, ਉਹ ਭਗਤੀ ਦੇ ਨਾਲ, ਸ਼ਬਦ ਦੀ ਕਮਾਈ ਦੇ ਨਾਲ, ਸ਼ਸਤਰ ਵਿਦਿਆ ਦੇ ਧਨੀ ਔਰ ਵਿਰਲੇ ਗੁਰਮੁਖ ਰਹਿ ਗਏ ਸੀ। ਉਹਨਾਂ ਦੇ ਵਿੱਚ ਸ਼ਬਦ ਦਾ ਅਭਿਆਸ, ਸ਼ਬਦ ਦੀ ਤਾਕਤ ਇੰਨੀ ਜ਼ਿਆਦਾ ਸੱਚੇ ਪਾਤਸ਼ਾਹ ਨੇ ਕਮਾਈ ਕਰਵਾ ਕੇ ਭਰ ਦਿੱਤੀ। ਉਹਨਾਂ ਨੂੰ ਅੰਦਰੋਂ ਬਾਹਰੋਂ ਮੁਕਤ ਕਰਵਾ ਦਿੱਤਾ। ਜੋ ਚੱਲਦਾ ਪ੍ਰਕਾਸ਼ ਹੈ, ਜੋ ਚੱਲਦਾ ਨਾਦ ਹੈ, ਜੋ ਸਾਡੇ ਅੰਦਰ ਵੱਜਦੇ ਅਨਹਦ ਵਾਜੇ ਨੇ, ਉਹਨਾਂ ਦੇ ਨਾਲ ਉਹਨਾਂ ਦੀਆਂ ਬਿਰਤੀਆਂ ਜੋੜ ਦਿੱਤੀਆਂ ਵੀ ਜੇਕਰ ਇਹ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸਰੀਰ ਕਰਕੇ ਸ਼ਹੀਦੀ ਵੀ ਦੇ ਦੇਣ ਤਾਂ ਇਹਨਾਂ ਨੂੰ 84 ਲੱਖ ਜੂਨਾਂ ਦੇ ਵਿੱਚ ਨਾ ਜਾਣਾ ਪਵੇ। ਉਹਨਾਂ ਨੂੰ ਪਹਿਲੋਂ ਹੀ ਬੰਦਗੀ ਕਰਵਾ ਕੇ ਅਮਰ ਕਰ ਦਿੱਤਾ, ਮੁਕਤ ਕਰ ਦਿੱਤਾ। ਹੁਣ 6ਵੇਂ ਪਾਤਸ਼ਾਹ ਨੇ ਸ਼ਸਤਰਾਂ ਦੀ ਵਿਦਿਆ ਜੋ ਸਾਡੀ ਸਰੀਰਕ ਤੌਰ ਤੇ ਸਾਨੂੰ ਚੋਲਣ ਦੀ ਕੋਸ਼ਿਸ਼ ਕਰ ਦਿੱਤੀ ਸੀ। ਜਦੋਂ 10ਵੇਂ ਪਾਤਸ਼ਾਹ ਨੂੰ 9 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ, 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਜੋ ਸਿੱਖਾਂ ਦੀ ਸ਼ਹੀਦੀ ਹੁੰਦੀ ਹੈ। 14 ਸਾਲ ਲਗਾਤਾਰ ਉਸ ਦੇ ਵਿੱਚ 9 ਸਾਲ ਤੋਂ ਬਾਅਦ 14 ਸਾਲ ਉਹਨਾਂ ਨੇ ਲਗਾਤਾਰ ਗੁਰਮੁਖਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਅਤੇ ਸਿਮਰਨ ਕਰਵਾਇਆ। 14 ਸਾਲ, ਕਿਉਂਕਿ ਜਿਹੜੇ ਗੁਰਮੁਖ ਸੀ ਇਹਨਾਂ ਦੇ ਰੋਮ ਰੋਮ
ਦਾ ਪ੍ਰਤਾਪ ਸਭ ਦਾ ਅਵਿਨਾਸ਼ ਵਸ ਜਾਵੇ। ਤੇ ਫਿਰ ਵੀ ਆਪਾਂ ਦੇਖ ਰਹੇ ਹਾਂ ਕਾਲ ਬਹੁਤ ਵੱਡਾ ਬਲੀ ਹੈ। ਇੰਨੇ ਵੱਡੇ ਸਤਿਗੁਰ ਪ੍ਰਤੱਖ ਰੂਪ ਦੇ ਵਿੱਚ ਅਗਵਾਈ ਕਰਦੇ ਪਏ ਸੀ, ਪਰ ਉਹਨਾਂ ਦੀ ਅਗਵਾਈ, ਉਹਨਾਂ ਦੇ ਚੋਜ ਇੰਨੇ ਵੱਡੇ ਸੀ, ਹਰ ਇੱਕ ਜੀਵ ਦੇ ਸਮਝਣ ਦੇ ਵੱਸ ਦੀ ਗੱਲ ਨਹੀਂ ਸੀ। ਆਪਾਂ ਦੇਖਦੇ ਹਾਂ ਫਿਰ ਵੀ ਕੁਝ ਕਾਲ ਦਾ ਭਰਮ ਜੋ ਐਸਾ ਪਿਆ, 40 ਸਿੰਘ ਐਸੇ ਖੜੇ ਹੋਏ ਜਿਹੜੇ ਸੱਚੇ ਪਾਤਸ਼ਾਹ ਦੇ ਪ੍ਰਤੀ ਉਹਨਾਂ ਦੇ ਮਨ 'ਚ ਭਰਮ ਆ ਗਿਆ। ਹੋਏ ਤਾਂ ਇਕੱਠਾ 100 ਸੀ ਗੁਰਮੁਖ, 100 ਦੇ ਕਰੀਬ ਗੁਰਮੁਖ ਹੋਏ, ਪਰ ਜਦੋਂ ਸੱਚੇ ਪਾਤਸ਼ਾਹ ਨੇ ਬਚਨ ਦੀ ਚੋਟ ਕੀਤੀ ਕਿ ਜੇ ਤੁਹਾਨੂੰ ਸਾਡੇ ਤੇ ਭਰੋਸਾ ਨਹੀਂ ਤਾਂ ਇੱਕ ਕਾਗਜ਼ ਦੇ ਉੱਪਰ ਬੇਦਾਵਾ ਲਿਖ ਕੇ ਦੇ ਦਿਓ ਕਿ ਸਾਨੂੰ ਤੁਹਾਡੇ ਤੇ ਦਾਵਾ ਨਹੀਂ, ਔਰ ਮਾਤਾ ਜੀ ਨੂੰ ਦੇ ਦਿਓ ਵੀ ਅਸੀਂ ਤੁਹਾਡੇ ਤੇ ਭਰੋਸਾ ਨਹੀਂ ਕਰਦੇ, ਤੁਹਾਡੀ ਅਗਵਾਈ ਤੇ ਭਰੋਸਾ ਨਹੀਂ ਕਰਦੇ, ਤੇ ਸਾਨੂੰ ਗੁਰੂ ਘਰ ਦੇ ਵਿੱਚ ਛੁੱਟੀ ਦੇ ਦਿੱਤੀ ਜਾਵੇ, ਘਰਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਕਿਉਂਕਿ ਸਮਾਂ ਬੜਾ ਭਿਆਨਕ ਸੀਗਾ, ਕਾਲ ਦੀ ਸ਼ੱਦਤ ਬੜੀ ਭਿਆਨਕ ਸੀ। ਹੁਣ 100 ਦੇ ਵਿੱਚੋਂ ਜਦੋਂ ਬਚਨ ਦੀ ਚੋਟ ਹੋਈ, ਮਹਾਰਾਜ ਨੇ ਚੋਲੇ ਬਤਾਇਆ ਕਿ ਸ਼ਾਇਦ ਸਮਝਦਾ ਵਿੱਚੋਂ ਤਕਰੀਬਨ 50-60 ਗੁਰਮੁਖ ਐਸੇ ਸੀ ਜਿਨ੍ਹਾਂ ਦਾ ਮਨ ਉਸ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿਣ ਤੋਂ ਬਾਅਦ ਦੁਬਾਰਾ ਹੁਕਮ 'ਚ ਹੀ ਆ ਗਿਆ। ਪਰ 40 ਸਿੰਘ ਐਸੇ ਸੀ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਪ੍ਰਤੀ ਵਿਸ਼ਵਾਸ ਨਹੀਂ ਰੱਖਿਆ ਔਰ ਕਾਗਜ਼ ਦੇ ਉੱਪਰ ਬੇਦਾਵਾ ਕਰ ਦਿੱਤਾ ਕਿ ਸਾਨੂੰ ਤੁਹਾਡੀ ਅਗਵਾਈ ਤੇ ਭਰੋਸਾ ਨਹੀਂ, ਸਾਨੂੰ ਛੁੱਟੀ ਦੇ ਦਿੱਤੀ ਜਾਵੇ। ਹੁਣ 40 ਸਿੰਘ ਕਾਲ ਦਾ ਕਿੰਨਾ ਬਲੀ ਹੁੰਦਾ ਹੈ, ਜਿਵੇਂ ਅੱਜ ਆਪਾਂ ਕਹਿੰਦੇ ਨੇ ਵੀ ਸਾਡੀ ਕੌਮ ਦੇ ਵਿੱਚ ਤੂਫਾਨ ਹੈ, ਸਾਡੇ ਭਰੋਸਾ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ ਅਗਵਾਈ ਤੇ ਭਰੋਸਾ ਨਹੀਂ ਕਰਦੇ ਜੀ, ਡੋਲ ਜਾਂਦੇ ਨੇ, ਹੋਰ ਹੀ ਕਰਮਾਂ ਕੱਢਣ ਦੇ ਵਿੱਚ, ਹੋਰ ਹੀ ਬਗਾਨਿਆਂ ਦੇ ਪਿੱਛੇ ਲੱਗੇ ਫਿਰਦੇ ਆ। ਇਹ ਸਮਾਂ ਅੱਜ ਨਹੀਂ, ਇਹ ਗੁਰੂ ਕਲਗੀਧਰ ਮਹਾਰਾਜ ਦੀ ਅਗਵਾਈ ਤੋਂ ਸ਼ੁਰੂ ਹੋਇਆ। ਕਾਲ ਬੜਾ ਵੱਡਾ ਬਲੀ ਹੈ, ਇਹ ਮਨ ਨੂੰ ਡਲਾ ਦਿੰਦਾ ਹੈ। ਨਾਮ ਸ਼ਬਦ ਦੀ ਕਮਾਈ ਤੇ ਕੋਈ ਬਿਰਲਾ ਜੀਵੀ ਅਟਲ ਰਹਿੰਦਾ। ਉਹ 40 ਗੁਰਮੁਖਾਂ ਨੇ ਲਿਖ ਕੇ ਦੇ ਦਿੱਤਾ, ਪਰ ਫਿਰ ਵੀ ਸਤਿਗੁਰੂ ਦੀ ਚਲੋ ਮੋਹਰ ਲੱਗੀ ਹੋਈ ਸੀ, ਕਿਤੇ ਨਾ ਕਿਤੇ ਗੁਰੂ ਘਰ ਦੇ ਲਈ ਕੰਮ ਕੀਤਾ ਸੀਗਾ, ਸੇਵਾ ਕੀਤੀ ਸੀਗੀ। ਸਤਿਗੁਰੂ ਨੇ ਫਿਰ ਕੋ ਬਹਾਨਾ ਬਣਾ ਕੇ ਫਿਰ ਦੁਬਾਰਾ ਆਪਾਂ ਦੇਖਦੇ ਹਾਂ ਮੁਕਤਸਰ ਵਿਖੇ ਜਦੋਂ ਯੁੱਧ ਹੋਇਆ, ਉੱਥੇ ਸ਼ਹੀਦੀਆਂ ਲੈ ਕੇ ਉਹਨਾਂ ਨੂੰ ਫਿਰ ਧਾਰ ਦਿੱਤਾ। ਹੁਣ ਜਦੋਂ ਗੱਲ ਛੋਟੇ ਸਾਹਿਬਜ਼ਾਦਿਆਂ ਤੇ ਆਉਂਦੀ ਹੈ, ਆਪਾਂ ਦੇਖਦੇ ਹਾਂ ਇੰਨੀ ਛੋਟੀ ਉਮਰ ਦੇ ਵਿੱਚ ਆਪਾਂ ਦੇਖੀਏ ਵੀ ਅੱਜ ਕੱਲ ਜੇਕਰ ਕੋਈ 60 ਸਾਲ 70 ਸਾਲ 80 ਸਾਲ ਦੀ ਉਮਰ ਵਿੱਚ ਚਲਾ ਜਾਂਦਾ, ਅਸੀਂ ਉਹਨੂੰ ਬਾਬਾ ਕਹਿ ਦਿੰਦੇ ਹਾਂ ਵੀ ਬਾਬਾ ਜੀ ਕਹਿ ਦਿੰਦੇ ਆ, ਬਾਬੂ ਜੀ ਕਹਿ ਦਿੰਦੇ ਆ। ਬਾਬਾ ਉਹਨੂੰ ਕਿਹਾ ਜਾਂਦਾ ਜਿਹੜਾ ਉਹਨਾਂ ਦਾ ਧਣੀ ਹੋ ਜਾਂਦਾ ਹੈ। ਹੁਣ 8-8 ਸਾਲ ਦੀ 12 ਸਾਲ ਦੀ ਇੰਨੀ ਛੋਟੀ ਉਮਰ ਦੇ ਵਿੱਚ ਅਸੀਂ ਉਹਨਾਂ ਨੂੰ ਬਾਬਾ ਕਹਿੰਦੇ ਹਾਂ। ਕਿਉਂ ਬਾਬਾ ਕਿਹਾ ਗਿਆ? ਕਿਉਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ? ਉਹਨਾਂ ਦੀ ਸਰੀਰਕ ਉਮਰ ਬੇਸ਼ੱਕ ਥੋੜੀ ਸੀਗੀ, ਪਰ ਜੋ ਉਹਨਾਂ ਦਾ ਮਨ ਸੀਗਾ, ਹੁਣ ਬਹੁਤੇ ਜੀਵ ਨੇ ਇਸ ਸੰਸਾਰ ਦੇ ਵਿੱਚ ਆਉਂਦੇ ਆ, ਸਾਰੇ ਜੀਵ ਜਿਹੜੇ ਆ ਇਸ ਸੰਸਾਰ ਦੇ ਵਿੱਚ ਆਏ ਹੋਏ ਆ, ਇਹ ਤਿੰਨੇ ਲੋਕਾਂ ਦੇ ਵਿੱਚੋਂ ਆਉਂਦੇ ਆ। ਕੁਝ ਪਤਾਲ ਦੀਆਂ ਜੂਨਾਂ ਵਿੱਚੋਂ ਆਉਂਦੇ ਆ ਜੋ ਤਬੋ ਗੁਣੀ ਸੁਭਾਅ ਤੋਂ ਹੁੰਦੇ ਆ, ਜਨਮ ਲੈਂਦੇ ਨੇ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਹੰਕਾਰ ਦੀ ਪ੍ਰਬਲਤਾ ਹੁੰਦੀ ਹੈ। ਕੁਝ ਭੂਲੋਕ ਦੀਆਂ ਜੂਨਾਂ ਵਿੱਚੋਂ ਇਸ ਸੰਸਾਰ ਦੇ ਵਿੱਚ ਆ ਰਹੇ ਆ, ਜੋ ਜਨਮ ਜਾ ਕੇ ਉਹਨਾਂ ਦਾ ਸੁਭਾਅ ਧਨ, ਵਪਾਰ, ਘਰ ਗ੍ਰਸਥ ਦੇ ਨਾਲ ਜੁੜਿਆ ਹੁੰਦਾ ਹੈ। ਕੁਝ ਆਕਾਸ਼ ਦੀਆਂ ਜੂਨਾਂ ਦੇ ਵਿੱਚੋਂ ਆਉਂਦੇ ਆ, ਜੋ ਜਨਮ ਤੋਂ ਹੀ ਆਪਾਂ ਦੇਖਦੇ ਹਾਂ ਕਿ ਸੁਭਾਅ ਦੇ ਬਹੁਤ ਸ਼ਰੀਰ, ਜਲਸਾ ਸੰਜਮ ਕਰਦੇ ਆ, ਪੁੰਨ-ਦਾਨ ਪੂਜਾ ਕਰਦੇ ਆ। ਪਰ ਇੱਕ ਚੌਥੇ ਪਦ ਵਾਲੇ ਲੋਕ ਹੁੰਦੇ ਨੇ ਜੋ ਕੁਝ ਵਿਰਲੇ ਸਮੇਂ ਦੇ ਵਿੱਚ ਇਸ ਧਰਤੀ ਤੇ ਆਉਂਦੇ ਨੇ। ਜਦੋਂ ਅਕਾਲ ਪੁਰਖ ਦੀ ਕੋਈ ਕਿਰਪਾ ਹੁੰਦੀ ਹੈ, ਇਹਨਾਂ ਪਤਾਲ ਦੀਆਂ ਜੂਨਾਂ ਵਿੱਚੋਂ, ਨਾ ਭੂਲੋਕ ਦੀਆਂ ਜੂਨਾਂ ਵਿੱਚੋਂ, ਨਾ ਆਕਾਸ਼ ਵਿੱਚੋਂ, ਇਹ ਸਿੱਧੇ ਡਾਇਰੈਕਟ ਆਉਂਦੇ ਆ ਸਤਿਗੁਰੂ ਦੇ ਪ੍ਰਕਾਸ਼ ਰੂਪੀ ਘਰ ਦੇ ਵਿੱਚ। ਜਿਹਨੂੰ ਮਹਾਰਾਜ ਕਹਿੰਦੇ ਨੇ ਜਿਨ ਕੋ ਸਤਿਗੁਰ ਥਾਪਿਆ ਤੇ ਨਾ ਵੇਟ ਨਾ ਸਕੈ ਹੋਏ, ਉਹਨਾਂ ਅੰਦਰ ਨਾਮ ਨਿਧਾਨ ਹੈ, ਉਹ ਨਾਮ ਨੂੰ ਪ੍ਰਗਟ ਹੋਏ, ਨਾਮ ਤੋਂ ਪ੍ਰਗਟ ਹੁੰਦੇ ਆ। ਹੁਣ ਉਹ ਸੱਚ ਦੇ ਘਰ ਦੇ ਵਿੱਚੋਂ ਆਉਂਦੇ ਨੇ। ਕਿੱਥੋਂ ਆਉਂਦੇ ਨੇ? ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਦਿਖੈ ਜੋਤ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ,
ना कथने जाए, ना वो मरै ना ठाकै जाए, जिनके नाम मुस्लिम। ये चौथे पद के विचों प्रमुख जिहड़े आउंदे ने, जिहड़े महिमा करते पे सतगुर दी सुभग रूप दे विच ते सच विच समाए हुए गुरमुख ने। ये फिर जदों गुरु साहब या किसी अवतारी पुरख की ड्यूटी लगती है, वो आखिरी जिहड़ी संसार दे विच टीम है, वो भी पिछों ही चौथे पद के विचों लेके आउंदा। सो ये गुरु घर का संयोग सी जो गुरु गोबिंद सिंह जी महाराज तो सतगुर थापे हुए आए और छोटे साहिबजादे ने उन्होंने घर के जन्म लिया। हुण जदों आपां देखते हैं इतिहास पढ़ते हैं, क्योंकि इतिहास की रिवीजन जिहड़ी है, इतिहास में दोहराया जाता है हर साल बाद, पर कदे आपां इसकी जड़ में नहीं जाते भी जेकर शहीदियां होईयां, इन्ने जंग जो होए, एक एक जीव 1.25 लाख के नाल जुझिया, बाबा दीप सिंह जी ने सीस तली के ऊपर रखिया, इन्ने तशद्दुद के बावजूद भी गुरमुख नहीं बोले, तो उहदे विच कला किहड़ी सी। अज भी गुरमुख ने, अज भी गुरसिख ने, नितनेम के धारनी ने, गुरु ग्रंथ साहिब वाले की अगवाई विच चलदे ने, अज वो कला क्यों नहीं वरतदी? ते महाराज सच्चे पातशाह की बाणी तो पता लगता है कि सब तो पहले जो नाम की कमाई दे विच रंगी हुई रूह है, कला वही वरता सकती है। ते जदों नाम की गल करिए ते गुरबाणी गुरु नाम दसदे ने, कागज कलम न लिखण हार, मने का करन विचार, ऐसा नाम निरंजन होए, जे को मन जाने मन कोई। महाराज ने जिहड़ा नाम दसिया ना कि नाम की प्राप्ति होनी, महाराज कहते वो नाम जिहड़ा है उसको ना तो कागज पर लिखा जा सकता है, ना कलम द्वारा लिखा जा सकता है। गुरबाणी गुरु दे विच जेकर आपां गुरु पिआरे सहज दे विच विचार करांगे ना, ते जिहड़ी नाम की गल कीती है वो वाहिगुरू हरि नाम अल्लाह दी नहीं, इन्हां तो ऊपर सतगुर ने विचार कीती है भी वो नाम ऐसा है वो लिखण पढ़न दे विच नहीं आउंदा। सच्चे पातशाह कहते ने, मस्तक पदम दुआले मणि, माहे निरंजन त्रै भवन धनी, पंच शब्द निर्मायल बाजे, ढोलकी चवल सब कण गाजे। सच्चे पातशाह कहते जिहड़ा नाम है ना, वो पंजां शब्दां दे रूप दे विच साडे मस्तक दे विच वजदा पिया। कहते पंच शब्द निर्मायल बाजे, ढोलकी चवल संख घण गाजे। आवाज़ां दसियां भी पंज शब्द किहड़े है जिहड़े साडे अंदर वजदा पिया। पर जिहड़ा फिर हरि दा जाप है, राम दा, वाहिगुरू दा, अल्लाह दा, ये क्यों करदे? महाराज कहते भी वो नाम निरंजन साडे शरीर दे विच इन्नी सहज दे विच चलदा पिया भी हर एक जीव उन्हां शब्दां नूं, उस बाणी नूं अंदरों नाहक धुरां नूं सुन नहीं सकदा। महाराज कहते मनमुख अत अन्ना बोला, शब्द न सुनई बहु रोल कचोला। विचार खुले इन्ने चलते हैं कि शरीर मन जिहड़ा है वो समाध दे विच बैठदा ही नहीं, मन सहज दे विच बैठदा ही नहीं। जे आपां सिमरन करदे तां साडा मन किते दे किते बिगड़ जाता है। जे असीं बाणी पढ़दे हैं, असीं बाणी दी 2 पंक्तियां 4 पंक्तियां पढ़दे हैं ते मन किते लंबियां उडारियां दे विच चला जाता है। ते जो अंदर दी खोज है, शरीर दे विच चलदी हुई आनंद बाणी दी खोज है, जिस अंदरले नाम दे विच समा के 1.25 लाख नाल जुड़ होया, जो अंदरली उस पूजा दे नाल जुड़ के, उस प्रकाश दे नाल जुड़ के अनेकों गुरमुखां ने शहीदियां दित्तियां ने। हुण आपां बाबा मनी सिंह जी की शहीदी तो देखिए भी जदों उन्हां दा शरीर दे उपर तशद्दुद करन लगे, जोड़ां नूं वढना उन्होंने शुरू करन लगे, तां बाबा मनी सिंह जी उत्थे हुक्म करदे आ भी साडे शरीर दा जोड़ नहीं बंद वढिया जाए। हुक्म होया दरगाह दे विच। बंद का मतलब है जोड़ दा हो गया मोढे दा जोड़ा, कूहनी दा जोड़ा। बंद का मतलब है छोटे छोटे जिहड़े साडे जोड़ हैं कोटियां दे जोड़ है, इत्थों शुरू कीता है। हुण वो आपने मुखों वचन करदे ने भी साडे बंद तो साडे शरीर दे उपर इन्हां नूं कट के ते साडे शरीर नूं शहीद कीता जाए।
ਹੁਣ ਉਹਨਾਂ ਕੋਲ ਕਲਾ ਕਿਹੜੀ ਹੈ ਵੀ ਇਸ ਤਰ੍ਹਾਂ ਹੱਥ ਰੱਖ ਦਿੰਦੇ ਨੇ, ਜਲਾਦ ਉਸ ਦੇ ਉੱਪਰ ਉਹਨਾਂ ਦੇ ਸਰੀਰ ਦਾ ਬੰਦ ਵੜਦਾ ਤੇ ਮੁਖੋਂ ਸੀ ਵੀ ਉਚਾਰਨ ਕਰ। ਉਹ ਅੰਦਰਲੇ ਉਸ ਅਜਬਾ ਜਾਪ ਦੇ ਨਾਲ, ਉਸ ਪਰਾ ਬਾਣੀ ਦੇ ਨਾਲ ਉਹਨਾਂ ਨੇ ਸੁਰਤੀਆਂ ਕੱਢੀਆਂ ਹੋਈਆਂ ਸੀਗੀਆਂ। ਜਦੋਂ ਆਪਾਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਬਾਬਾ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਨੂੰ ਭੇਜਦੇ ਆ, ਜੋ 5 ਤਖਤਾਂ ਤੇ ਭੇਜਦੇ ਆ ਉਤਾਰੇ, ਜਦੋਂ ਗੁਰਬਾਣੀ ਗੁਰੂ ਸਾਹਿਬ ਦਾ ਉਤਾਰਾ ਕਰਨਾ ਹੈ ਤੇ ਉਹਨਾਂ ਜੋ ਧੀਰਮਲ ਦੇ ਪਾਸ ਸੱਚੇ ਪਾਤਸ਼ਾਹ ਦੀ ਬੀੜ ਉਹਨਾਂ ਨੇ ਆਪਣੇ ਕੋਲ ਜ਼ਬਤ ਕਰ ਲਈ ਸੀ। ਉਹਨਾਂ ਨੂੰ ਅੱਗੇ ਸਿੰਘਾਂ ਨੂੰ ਭੇਜਿਆ ਜਾਂਦਾ ਵੀ ਬੇਨਤੀ ਕਰੋ, ਨਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨੀ ਹੈ ਤੇ ਬੀੜ ਲੈ ਕੇ ਆਓ। ਆਪਾਂ ਦੇਖਦੇ ਇਤਿਹਾਸ ਦੇ ਵਿੱਚ ਉਹਨਾਂ ਨੂੰ ਬੀੜ ਦੇਣ ਤੋਂ ਨਾ ਕਰ ਦਿੱਤੀ ਜਾਂਦੀ। ਫਿਰ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਵਿਖੇ 2 ਤੰਬੂ ਲਵਾ ਕੇ, ਇੱਕ ਤੰਬੂ ਵਿੱਚ ਆਪ ਬੈਠਦੇ ਆ, ਦੂਸਰੇ ਤੰਬੂ ਦੇ ਵਿੱਚ ਗੁਰਮੁਖਾਂ ਗੁਰਸਿੱਖਾਂ ਨੂੰ ਬਿਠਾਉਂਦੇ ਆ ਔਰ ਬਿਨਾਂ ਕਿਸੇ ਪੜ੍ਹੇ, ਬਿਨਾਂ ਕਿਸੇ ਲਿਖੇ ਸਾਰੀ ਗੁਰਬਾਣੀ ਗੁਰੂ ਨੂੰ ਜੋ 1430 ਅੰਗ ਦੇ ਵਿੱਚ ਬਾਣੀ ਅੱਜ ਆਪਾਂ ਪੜ੍ਹਦੇ ਆ, ਧਿਆਨ ਨੂੰ ਹੋ ਕੇ ਉਧਰੋਂ ਉਚਾਰਨ ਕਰੀ ਜਾਂਦੇ ਆ, ਉਧਰੋਂ ਨਾਲ ਬੈਠੇ ਤੰਬੂ ਦੇ ਵਿੱਚ ਗੁਰਮੁਖਾਂ ਗੁਰਸਿੱਖਾਂ ਨੂੰ ਵਚਨ ਕਰਵਾਈ ਜਾਂਦੇ ਆ। ਹੁਣ ਉਦੋਂ ਬਾਬਾ ਮਨੀ ਸਿੰਘ, ਬਾਬਾ ਦੀਪ ਸਿੰਘ ਜੀ ਧਿਆਨ ਦੇ ਵਿੱਚੋਂ ਇਸ ਅਕਾਲ ਪੁਰਖ ਦੀ ਗੁਰਬਾਣੀ ਦੇ ਵਚਨ ਪੜ੍ਹਦੇ ਨੇ, ਇਧਰੋਂ ਗੁਰੂ ਗੋਬਿੰਦ ਸਿੰਘ ਜੀ ਮੋਹਰ ਲਾਈ ਜਾਂਦੇ ਆ ਵੀ ਠੀਕ ਹੈ। ਇਹ ਕਿਹੜੀ ਕਲਾ ਹੈ ਜੋ ਉਹਨਾਂ ਨੇ ਧਿਆਨ ਦੇ ਵਿੱਚ ਹੀ ਸਾਰੀ 1430 ਅੰਗ ਦੀ ਬਾਣੀ ਨੂੰ ਪ੍ਰਗਟ ਕਰਤਾ। ਉਹ ਕਿਹੜੀ ਕਲਾ ਵੀ ਆਪਾਂ ਦੇਖਦੇ ਹਾਂ, ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ ਔਰ ਉਹ ਸੀਸ ਤਲੀ ਤੇ ਰੱਖ ਕੇ ਚੱਲਦੇ ਆ। ਅੱਜ ਦੇ ਜੇ ਆਪਾਂ ਗੱਲ ਕਰਦੇ ਹਾਂ, ਕਿਸੇ ਨਵੇਂ ਬੱਚੇ ਨੂੰ ਗੱਲ ਦੱਸਦੇ ਹਾਂ ਤਾਂ ਉਹ ਕਹਿੰਦਾ ਕਿ ਇੱਕ ਗਰਦਨ ਦੇ ਉੱਪਰ ਇੱਕ ਛੋਟਾ ਜਿਹਾ ਬਲੇਡ ਦਾ ਕੱਟ ਲੱਗ ਜਾਵੇ ਤਾਂ ਗਰਦਨ ਸਿੱਧੀ ਨਹੀਂ ਹੁੰਦੀ, ਤੇ ਤੁਸੀਂ ਕਹਿੰਦੇ ਹੋ ਵੀ ਸੀਸੀ ਤਲੀ ਤੇ ਰੱਖ ਲਿਓ। ਇਹ ਕਿਸ ਤਰ੍ਹਾਂ ਹੋ ਸਕਦਾ? ਸਾਡੇ ਕੋਲ ਜਵਾਬ ਨਹੀਂ। ਕਿਉਂ? ਅਸੀਂ ਬਾਣੀ ਦੀ ਖੋਜ ਨਹੀਂ ਕੀਤੀ। ਜਦੋਂ ਬਾਣੀ ਦੀ ਖੋਜ ਕਰਦੇ ਹਾਂ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਕੋਈ ਅੱਖਰਾਂ ਦੇ ਨਾਮ ਤੋਂ ਜਾਂ ਅੱਖਰਾਂ ਦੇ ਗਿਆਨ ਦੇ ਨਾਲ ਨਹੀਂ, ਉਹਨਾਂ ਨੇ ਇਸ ਜਾਪ ਨੂੰ ਕਰਕੇ ਜਾਪ ਇੰਨਾ ਸੰਪੂਰਨ ਕਰ ਲਿਆ ਸੀ ਉਹ ਗੁਰਮੁਖਾਂ ਨੇ ਕਿ ਜੋ ਅੰਦਰ ਲਗਾਤਾਰ ਅਨਾਹਤ ਜਾਪ ਚੱਲਦਾ ਪਿਆ, ਜਿਸ ਦੇ ਬਾਰੇ ਮਹਾਰਾਜ ਕਹਿੰਦੇ ਨੇ ਕਰ ਕਰ ਤਾਲ ਪਖਾਵਜ ਨੈਣੋ ਮਾਥੇ ਬਜੈ ਰਬਾਬਾ ਕਰਨੋ ਮਤ ਬਾਂਸਰੀ ਬਾਜੈ ਜੀਵਾ ਤੋਂ ਰਾਜਾ। ਜੋ ਮਸਤਕ ਦੇ ਉੱਪਰ ਧੁਨਾਂ ਚੱਲਦੀਆਂ ਨੇ ਰਬਾਬ ਦੀਆਂ, ਜੋ ਸਾਡੇ ਨੇਤਰਾਂ ਦੇ ਵਿੱਚ ਧੁਨਾਂ ਵੱਜਦੀਆਂ ਪਈਆਂ ਨੇ ਢੋਲਕੀ ਦੀਆਂ, ਸਾਡੇ ਸਿਰ ਦੇ ਵਿੱਚ ਮਹਾਰਾਜ ਕਹਿੰਦੇ ਚੱਲਦੇ ਪਏ ਨੇ ਘੁੰਗਰੂਆਂ ਦੇ ਸ਼ਬਦ, ਕਰ ਕਰ ਤਾਲ ਪਖਾਵਜ ਨੈਣੋ ਮਾਥੇ ਬਜੈ ਰਬਾਬਾ ਕਰਨੋ ਮਤ ਬਾਂਸਰੀ ਬਾਜੈ ਜੀਵਾ ਤੋਂ ਰਾਜਾ। ਨਿਰਤ ਕਰਿਆ ਕਰ ਮਨੁਆ ਨਾਚੇ ਆਣੇ ਘੁੰਗਰ ਸਾਜਾ। ਘੁੰਗਰੂਆਂ ਦੇ ਸਾਜ਼ ਵੱਜਦੇ ਪਏ ਸੀ। ਉਸ ਜਾਪ ਦੇ ਵਿੱਚ ਗੁਰਸਿੱਖਾਂ ਨੇ ਆਪ ਦੀਆਂ ਸੁਰਤੀਆਂ ਨੂੰ ਪ੍ਰਭੁਲਿਆ ਸੀ। ਹੁਣ ਉਹ ਵੱਜਦੇ ਸਾਜ਼ਾਂ ਦੇ ਨਾਲ ਧਿਆਨ ਜੋੜ ਕੇ ਇੱਕ ਗੁਰਮੁਖ ਜਦੋਂ ਅੱਗੋਂ ਵਾਰ ਕਰਦਾ, ਉਹਦਾ ਆਤਮਿਕ ਬਲ ਇੰਨਾ ਵੱਡਾ ਸੀਗਾ, 1000 ਨਹੀਂ, 10,000 ਨਹੀਂ, ਲੱਖ ਨਹੀਂ, ਅਨੇਕਾਂ ਹੀ ਜੀਵਨ ਨੂੰ ਵੱਢਦਾ ਤੁਰਿਆ ਚਲਿਆ ਜਾਂਦਾ। ਹੁਣ 10 ਲੱਖ ਫੌਜ ਤਾਂ ਔਰੰਗਜ਼ੇਬ ਨੇ ਦਿੱਲੀ ਵਿੱਚ ਭੇਜੀ ਸੀਗੀ, ਬਾਕੀ ਨੇੜਲੇ ਇਲਾਕਿਆਂ ਦੀ ਫੌਜ ਸੀ, ਛੋਟੇ ਰਾਜਿਆਂ ਦੀ ਫੌਜ ਸੀ, ਕੱਲੀ 10 ਲੱਖ ਨਹੀਂ, ਅਨੇਕਾਂ ਦੀ ਤਾਦਾਦ ਦੇ ਵਿੱਚ ਉੱਥੇ ਫੌਜ ਨੇ ਘੇਰਾ ਪਾ ਲਿਆ ਸੀ ਜਦੋਂ 40 ਸਿੰਘਾਂ ਨੇ ਅੰਦਰੋਂ ਯੁੱਧ ਦੀ ਅਗਵਾਈ ਕੀਤੀ ਹੈ। ਹੁਣ ਇੰਨੀ ਤਾਕਤ ਉਹ ਸ਼ਬਦ ਦੀ ਤਾਕਤ ਸੀ, ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਸ਼ਬਦ ਦੀ ਸੱਤਿਆ ਦੇ ਨਾਲ ਜੁੜ ਗਿਆ, ਸ਼ਬਦ ਦੀ ਤਾਕਤ ਦੇ ਨਾਲ ਜੁੜ ਗਿਆ। ਉਹ ਖਾਲਸਾ ਅੱਜ ਵੀ ਆਜ਼ਾਦ ਹੈ। ਉਹ ਖਾਲਸਾ ਖਾਲਸ ਰਾਜ ਨੂੰ ਪ੍ਰਗਟ ਕਰ ਸਕਦਾ ਹੈ। ਉਹ ਖਾਲਸੇ ਨੂੰ ਹਮੇਸ਼ਾ ਸੋਧੀ ਸੋਧਿਆ, ਜਿਸ ਨੂੰ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਸਤਿਗੁਰ ਪੂਰਾ। ਜਿਹੜਾ ਖਾਲਸਾ ਹੈ ਨਾ ਉਹ ਪੂਰਨ ਸਤਿਗੁਰ ਹੈ, ਕਿਉਂਕਿ ਉਹ ਜਨਮ ਮਰਨ ਦੇ ਵਿੱਚ ਨਹੀਂ। ਪਰ ਅੱਜ ਕੀ ਹੋਇਆ ਹੈ? ਅੱਜ ਆਪਾਂ ਸ਼ਬਦ ਦੀ ਕਮਾਈ ਗੁਰਬਾਣੀ ਗੁਰੂ ਦੇ ਗਿਆਨ ਤੋਂ ਟੁੱਟ ਕੇ ਦੁਬਾਰਾ ਫਿਰ ਆਕਾਰਾਂ ਦੀ ਪੂਜਾ ਨੂੰ ਆਪਾਂ ਕਰਨਾ ਸ਼ੁਰੂ ਕਰ ਦਿੱਤਾ ਹੈ। ਭਰਮ ਦੇ ਵਿੱਚ ਪੈ ਗਏ ਦੁਬਾਰਾ ਫਿਰ ਕੋਈ ਰੁੱਖ ਪੂਜਦਾ ਹੈ, ਕੋਈ ਬਾਰਾਂ ਨੂੰ ਪੂਜਦਾ ਹੈ, ਕੋਈ ਸੱਪ ਨੂੰ ਪੂਜਦਾ ਹੈ, ਕੋਈ ਪੱਥਰਾਂ ਨੂੰ ਪੂਜਦਾ ਹੈ, ਕੋਈ ਕਿਸੇ ਤਰੀਕੇ ਦੇ ਵੱਖਰੇ ਵੱਖਰੇ ਭਰਮਾਂ ਦੇ ਵਿੱਚ ਆਪਾਂ ਪੈ ਕੇ ਸ਼ਬਦ ਦੀ ਕਮਾਈ ਨੂੰ ਸਾਰ ਦਿੱਤਾ ਹੈ। ਇਹ ਜੋ ਜੋੜ ਮੇਲੇ ਸਾਨੂੰ ਬਖਸ਼ਿਸ਼ ਕੀਤੇ, ਖੁਸ਼ੀ ਗਮੀ ਦੇ ਆਪਾਂ ਗੁਰਪੁਰਬ ਮਨਾਉਣੇ ਆ, ਸ਼ਹੀਦੀਆਂ ਮਨਾਉਣੇ ਆ, ਇਹ ਇਸੇ ਕਰਕੇ ਹੈ ਕਿ ਕੌਮ ਦਾ, ਗੁਰਸਿੱਖਾਂ ਦਾ ਇਕੱਠ ਹੋਵੇ,
ਉਸ ਦੇ ਵਿੱਚ ਵਿਚਾਰ ਕੀਤੀ ਜਾਵੇ ਵੀ ਕੀ ਆਪਾਂ ਵਾਕਈ ਗੁਰਬਾਣੀ ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲਦੇ ਪਏ ਹਾਂ, ਆਪਾਂ ਸ਼ਬਦ ਦੀ ਕਮਾਈ ਕਰਦੇ ਪਏ ਹਾਂ, ਆਪਾਂ ਗੁਰਬਾਣੀ ਗੁਰੂ ਦੇ ਗਿਆਨ ਦੇ ਮੁਤਾਬਕ ਚੱਲਦੇ ਪਏ ਹਾਂ, ਜਾਂ ਆਪਾਂ ਅਗਿਆਨਤਾ ਵਸ ਫਿਰ ਜੋ ਗੁਰਬਾਣੀ ਨੇ ਸਾਨੂੰ ਨਾ ਕੀਤੀ ਹੈ ਉਹਨਾਂ ਹੀ ਕੰਮਾਂ ਪਾਸੇ ਖੜੇ ਹੋ ਗਏ। ਇਸ ਕਰਕੇ ਸਾਨੂੰ ਇਹ ਜੋੜ ਮਿਲ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਆਪਣੇ ਸ਼ਹੀਦਾਂ ਦੀ ਵਿਚਾਰ ਕਰੋ, ਆਪਣੇ ਪੁਰਖਿਆਂ ਦੇ ਵਿਚਾਰ ਕਰੋ। ਤੁਸੀਂ ਦੇਖੋ ਅੱਜ ਕਹਿ ਦਿੱਤਾ ਜਾਂਦਾ ਵੀ ਗੁਰੂ ਨਾਨਕ ਦੇਵ ਅਨਪੜ੍ਹ ਸੀ। ਤੁਸੀਂ ਦੇਖੋ ਗੁਰੂ ਨਾਨਕ ਦੇਵ ਨੇ ਜਿਹੜੀ ਆਪਣੀ ਬ੍ਰਹਮ ਦੀ ਭਾਸ਼ਾ, ਜੋ ਉਹ ਬ੍ਰਹਮ ਦਾ ਗਿਆਨ ਲੈ ਕੇ ਆਏ, ਉਹਨਾਂ ਨੇ ਜੋ ਚੱਲਦੀਆਂ ਹੋਈਆਂ ਸਮੇਂ ਦੀਆਂ ਭਾਸ਼ਾ ਸੀ, ਦੇਵਨਾਗਰੀ ਚੱਲ ਰਹੀ ਸੀ, ਸੰਸਕ੍ਰਿਤ ਚੱਲ ਰਹੀ ਸੀ, ਅਰਬੀ ਫਾਰਸੀ ਚੱਲਦੀ ਸੀ, ਉਹਨਾਂ ਨੇ ਆਪ ਦਾ ਗਿਆਨ ਉਹਨਾਂ ਭਾਸ਼ਾ ਦੇ ਵਿੱਚ ਨਹੀਂ, ਸਗੋਂ ਦੀ ਆਪ ਦੀ ਨਵੀਂ ਭਾਸ਼ਾ ਨੂੰ ਸਾਜ ਕੇ ਉਸ ਦੇ ਵਿੱਚ ਸਾਨੂੰ ਗਿਆਨ ਸਮਝਾਇਆ, ਜਿਸ ਨੂੰ ਆਪਾਂ ਗੁਰਮੁਖੀ ਕਹਿੰਦੇ ਹਾਂ। ਇੰਨਾ ਵੱਡੇ ਫਿਲਾਸਫਰ, ਇੰਨੇ ਵੱਡੇ ਗਿਆਨੀ, ਜਿਵੇਂ ਅੱਜ ਆਪਾਂ ਗੱਲ ਕਰਨੀ ਹੁੰਦੀ ਹੈ, ਆਪਾਂ ਹਿੰਦੀ ਵਿੱਚ ਸਮਝਾਉਂਦੇ ਆ, ਇੰਗਲਿਸ਼ ਵਿੱਚ ਸਮਝਾਉਂਦੇ ਆ, ਉਰਦੂ ਵਿੱਚ ਸਮਝਾਉਂਦੇ ਆ, ਪਰ ਗੁਰੂ ਨਾਨਕ ਦੇਵ ਦੀ ਕਲਾ ਦੇਖੋ। ਅੱਜ ਜਿਹੜਾ ਤੁਸੀਂ ਊੜਾ ਐੜਾ ਈੜੀ ਇਹ ਬਚਨ ਬੋਲਦੇ ਪਏ ਨਾ ਵਾਹਿਗੁਰੂ ਜੀ, ਇਹ ਤੁਹਾਡੀ ਆਪਣੀ ਭਾਸ਼ਾ ਨਹੀਂ, ਇਹ ਗੁਰੂ ਨਾਨਕ ਦੇਵ ਦੀ ਦਿੱਤੀ ਹੋਈ ਭਾਸ਼ਾ ਹੈ। ਨਾਲ ਤਾਂ ਉਹਨਾਂ ਨੇ ਬ੍ਰਹਮ ਦਾ ਗਿਆਨ ਸਮਝਾਇਆ ਤੇ ਸਮਝਾਇਆ ਵੀ ਆਪ ਦੀ ਇੱਕ ਨਵੀਂ ਭਾਸ਼ਾ ਤੇ ਲਿਪੀ ਪ੍ਰਗਟ ਕੀਤੀ ਹੈ। ਗੁਰੂ ਨਾਨਕ ਦੇਵ ਨੇ ਕੀਤੀ ਹੈ। ਜਿੰਨੇ ਵੱਡੇ ਧਾਰੀ ਸੀ ਵੀ ਪਹਿਲੋਂ ਇੱਕ ਨਵੀਂ ਭਾਸ਼ਾ ਸਿਖਾਈ, ਉਸੇ ਭਾਸ਼ਾ ਦੇ ਵਿੱਚ ਬ੍ਰਹਮ ਦਾ ਗਿਆਨ ਸਿਖਾਇਆ, ਉਸੇ ਭਾਸ਼ਾ ਦਾ ਜਾਪ ਕਰਵਾ ਕੇ ਸੱਚ ਨਾਲ ਮਿਲਾਪ ਕਰਵਾਇਆ। ਤੇ ਕਿੰਨੀ ਵੱਡੀ ਕਲਾ ਸੀ। ਉਹ ਅਨਪੜ੍ਹ ਨਹੀਂ ਸੀਗੇ, ਉਹ ਇਸ ਤਰ੍ਹਾਂ ਨਹੀਂ ਸੀ ਕਿ ਇਕੱਲੇ ਬੱਚੇ ਹੀ ਚਾਹਦੇ ਸੀ, ਸਰਵ ਕਲਾ ਦੇ ਧਨੀ ਸੀ। ਹੁਣ ਜੋ ਵੀ ਅਸੀਂ ਬੋਲਦੇ ਹਾਂ, ਪੰਜਾਬੀ ਬੋਲਦੇ ਹਾਂ, ਹੋਰ ਬੋਲਦੇ ਹਾਂ, ਇਹ ਸਾਰਾ ਮਿਲਾ ਕੇ ਸੱਚੇ ਪਾਤਸ਼ਾਹ ਦਾ ਆਪ ਦਾ ਗਿਆਨ, ਧੁਰ ਧਰਾਂ ਨੂੰ ਗਿਆਨ ਲੈ ਕੇ ਆਏ, ਧੁਰ ਧਰਾਂ ਨੂੰ ਭਾਸ਼ਾ ਲੈ ਕੇ ਆਏ, ਧੁਰ ਧਰਾਂ ਨੂੰ ਲਿਪੀ ਲੈ ਕੇ ਆਏ, ਫਿਰ ਆਪ ਦੀ ਗੱਲ ਸੰਸਾਰ ਦੇ ਵਿੱਚ ਰੱਖਦੇ। ਹੁਣ ਉਹੀ ਭਾਸ਼ਾ ਫਿਰ ਅਗਾਂ ਦਸੇ ਪਾਤਸ਼ਾਹੀਆਂ ਨੇ ਇੱਕ ਵਾਰ ਸਿੱਖਾਂ ਨੂੰ ਲੋਕਾਂ ਦੇ ਪਾਸੋਂ। ਹੁਣ ਅੱਜ ਬਹੁਤੇ ਜੀਵ ਨੇ ਇਸੇ ਭਾਸ਼ਾ ਨੂੰ ਆਪਾਂ ਛੱਡ ਕੇ ਪੈਸੇ ਦੇ ਕੇ ਆਪਾਂ ਦੂਸਰੀ ਭਾਸ਼ਾ ਸਿੱਖ ਕੇ ਇਹਨੂੰ ਛੱਡ ਰਹੇ ਹਾਂ। ਪਰ ਦੇਖੋ ਵੀ ਇਹ ਨਹੀਂ ਪਤਾ ਇੰਗਲਿਸ਼ ਕਿੱਥੋਂ ਬਣੀ ਹੈ, ਇਹ ਨਹੀਂ ਪਤਾ ਉਰਦੂ ਕਿੱਥੋਂ ਬਣੀ ਹੈ, ਇਹ ਨਹੀਂ ਪਤਾ ਸੰਸਕ੍ਰਿਤ ਕਿੱਥੋਂ ਬਣੀ ਹੈ, ਉਹਨਾਂ ਦਾ ਕੋਈ ਦਾਤੇ ਦਾ ਤਾਂ ਨਹੀਂ ਪਤਾ। ਤੇ ਅਸੀਂ ਇਸ ਭਾਸ਼ਾ ਨੂੰ ਬੋਲਣ ਦੇ ਵਿੱਚ ਸਾਨੂੰ ਇੱਕ ਮਾਣ ਨਹੀਂ ਮਹਿਸੂਸ ਹੁੰਦਾ। ਸਾਨੂੰ ਘੱਟੋ ਘੱਟ ਇਹ ਤਾਂ ਪਤਾ ਨਾ ਵੀ ਜਿਹੜੇ ਅੱਖਰ ਇਹ ਜਿਹੜੀ ਲਿਪੀ ਅਸੀਂ ਪੜ੍ਹਦੇ ਪਏ ਹਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੱਚ ਦੇ ਵਿੱਚ ਪ੍ਰਗਟ ਕੀਤੀ ਹੈ। ਇਹ ਉਹਨਾਂ ਦੇ ਮੁਖਾਰਬਿੰਦ ਦੇ ਵਿੱਚ ਪ੍ਰਗਟ ਹੋਈ ਹੈ। ਸੋ ਜਿਹਨੇ ਬ੍ਰਹਮ ਦਾ ਗਿਆਨ ਲੈਣਾ ਹੈ, ਜੋ ਗੁਰਬਾਣੀ ਦੇ ਵਿੱਚ ਖੰਡਾ ਬ੍ਰਹਮੰਡਾਂ ਦਾ ਗਿਆਨ ਦਿੱਤਾ ਹੋਇਆ, ਜੋ ਗੁਰਬਾਣੀ ਵਿੱਚ ਸੱਚ ਦਾ ਮਿਲਾਪ ਦਾ ਗਿਆਨ ਦਿੱਤਾ ਹੋਇਆ ਹੈ, ਮਹਾਰਾਜ ਦੇ ਬਚਨ ਨੇ, ਜੋ ਭਗਤਾਂ ਦੇ ਰਹਿਤਨਾਮੇ ਨੇ, ਜੋ ਦਸਮ ਦੀ ਬਾਣੀ ਉਸ ਦੇ ਵਿੱਚ ਬਚਨ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਨਾਮ ਦੇ ਸੱਚ ਦੇ ਖਾਲਸ ਰਾਜ ਨੇ ਪ੍ਰਗਟ ਹੋਣਾ ਹੈ, ਤਾਂ ਜਿਸ ਨੇ ਵੀ ਬ੍ਰਹਮ ਦਾ ਗਿਆਨ ਲੈਣਾ ਹੋਵੇਗਾ, ਪਹਿਲਾਂ ਉਸ ਨੂੰ ਗੁਰਮੁਖੀ ਧਾਰਨ ਕਰਨੀ ਪੈਣੀ ਹੈ। ਅਗਰ ਜੇ ਕੋਈ ਗੁਰਮੁਖੀ ਨਹੀਂ ਸਿੱਖੇਗਾ ਤੇ ਉਹ ਗੁਰਬਾਣੀ ਗੁਰੂ ਦੇ ਤੋਂ ਵਾਂਝਾ ਰਹਿ ਜਾਏਗਾ। ਸੋ ਇੰਨੀਆਂ ਬਖਸ਼ਿਸ਼ਾਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ, ਸ਼ਬਦ ਦੀ ਕਮਾਈ ਉਹਨਾਂ ਨੇ ਸਾਨੂੰ ਦਿੱਤੀ ਹੈ, ਗਿਆਨ ਉਹਨਾਂ ਨੇ ਸਾਨੂੰ ਦਿੱਤਾ ਹੈ। ਕਿਵੇਂ ਇੱਕ ਸਰੀਰ ਤੋਂ ਵੱਖ ਹੋ ਕੇ, ਜਿਵੇਂ ਕਿਸੇ ਸਮੇਂ ਦੇ ਵਿੱਚ ਖੋਜ ਹੋਈ, ਕੁਝ ਸਿੱਧਾਂ ਨੇ, ਨਾਥਾਂ ਨੇ ਖੋਜ ਕੀਤੀ, ਇਸ ਧਰਤੀ ਤੋਂ ਉੱਪਰ ਉੱਠੇ, ਉਹਨਾਂ ਨੇ ਬ੍ਰਹਿਮੰਡ ਦੇ ਵਿੱਚ ਖੋਜ ਕੀਤੀ, ਉਹਨਾਂ ਦੇਖਿਆ ਇਸ ਧਰਤੀ ਦੇ ਨਾਲ 7 ਗ੍ਰਹਿ ਹੋਰ ਇਸ ਬ੍ਰਹਿਮੰਡ ਦੇ ਵਿੱਚ ਹੈ, ਔਰ 8ਵਾਂ ਗ੍ਰਹਿ ਇਹ ਧਰਤੀ ਹੈ, 9ਵਾਂ ਗ੍ਰਹਿ ਇਸ ਸਰੀਰ ਨੂੰ ਪੈ ਦਿੱਤਾ। ਮਹਾਰਾਜ ਕਹਿੰਦੇ 8ਵੀਂ ਪਹਿਰੀ, 8 ਖੰਡ, 9ਵਾਂ ਖੰਡ ਸਰੀਰ। ਹੁਣ ਕਿਸੇ ਨੇ 7 ਗ੍ਰਹਿਆਂ ਦੀ ਖੋਜ ਕਰ ਲਈ, ਔਰ ਉਸ ਤੋਂ ਬਾਅਦ ਫਿਰ ਖੋਜ ਚੱਲੀ, ਉਹਨਾਂ ਨੇ 12 ਗ੍ਰਹਿਆਂ ਦੀ ਖੋਜ ਕਰ ਲਈ। ਉਹ 7 ਗ੍ਰਹਿਆਂ ਦੀ ਖੋਜ ਕਰਕੇ ਉਹਨਾਂ ਨੇ ਨਾਮ ਰੱਖ ਦਿੱਤਾ ਸੋਮ, ਮੰਗਲ, ਬੁੱਧ, ਵੀਰ, ਸ਼ੁਕਰ, ਸ਼ਨੀ। ਜਦੋਂ 12 ਗ੍ਰਹਿਆਂ ਦੀ ਖੋਜ ਹੋ ਗਈ, ਉਹਨਾਂ ਦਾ ਨਾਮ ਰੱਖ ਦਿੱਤਾ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਇਹ ਗ੍ਰਹਿਆਂ ਦੇ ਨਾਮ। ਹੁਣ ਜਦੋਂ ਗੁਰੂ ਨਾਨਕ ਦੇ ਘਰ ਨੇ ਆ ਕੇ ਇੱਥੇ ਖੋਜ ਕੀਤੀ ਹੈ, ਤੇ ਮਹਾਰਾਜ ਕਹਿੰਦੇ ਨੇ ਮੇਰਾ ਗੁਰਸਿੱਖ 7 ਗ੍ਰਹਿ, 12 ਨਹੀਂ, 14 ਨਹੀਂ, 21 ਨਹੀਂ, ਲੱਖਾਂ ਆਕਾਸ਼ਾਂ ਤੱਕ ਜਾ ਸਕਦਾ। ਲੱਖ ਆਕਾਸ਼ਾਂ, ਆਕਾਸ਼, ਪਤਾਲ, ਪਤਾਲ, ਉੜਕ ਭਾਰਤ ਕੇ ਵੇਦ ਕਰਦੇ। ਹੁਣ ਮਹਾਰਾਜ ਕਹਿੰਦੇ ਮੇਰਾ ਗੁਰਸਿੱਖ ਜੋ ਨਾਮ ਦਾ ਅਭਿਆਸ ਕਰਕੇ, ਜੋ ਬ੍ਰਹਮ ਦੇ ਗਿਆਨ ਨੂੰ ਧਾਰਨ ਕਰਕੇ ਚੱਲੂਗਾ, ਉਹ ਇੱਕ ਨਹੀਂ, 7 ਨਹੀਂ, 21 ਨਹੀਂ, ਲੱਖਾਂ ਆਕਾਸ਼ਾਂ ਦੇ ਵਿੱਚ ਜਾ ਕੇ ਮਨ ਕਰਕੇ ਸਫ਼ਰ ਕਰ ਸਕਦਾ।
क्योंकि गुरु नानक साहब सच्चे पातशाह ने जो भाई गुरदास दी वारां पढ़ते हैं तो महाराज कहते हैं बाबे तारे चारे चक नौ खंड पृथ्वी सच्चा टोला गुरमुख काल विच प्रगट हो। कहते महाराज सच्चे पातशाह ने 4 दिशाओं में जाके प्रचार नहीं किया, नाम की महिमा 9 खंड पृथ्वी तक भी जाके प्रगट की है संगम रूप दे विच। सो हुण अपने ये अज इकट्ठे होने का मकसद यही है भी जो आप सच्चे पातशाह की गुरु नानक देव की कला में देखिए, पंजवें पातशाह तो जो शहीदियों का दौर शुरू होया उन्होंने देखिए, फिर युद्ध शुरू हुए, जिन्हें युद्ध लड़े गए 6वें पातशाह पासों 10वें पातशाह पासों सारी की सारी जगह फतेह हुई। छोटे छोटे साहिबजादे ने उन्नियां दे विच चलवा दिते गए, उन्होंने सील नहीं की। बड़े साहिबजादे ने किवें जूझ के हज़ारां की तादाद दे विच जो सिर लाया पापियां ने, ये सारा इन्ना बड़ा इतिहास, इन्नी बड़ी कौम के जो लहू के नाल गुरबाणी के नाल कमाई के नाल सिरजना की है। अज साडे विच की कमी आई है कि आप उस विचार तो पासे हट गए, ਜਾਂ ਸਾਡੀ ਉਹ ਚੜ੍ਹਦੀ ਕਲਾ ਦੇ ਵਿੱਚ ਕੋਈ ਕਮੀ ਆ ਗਈ ਹੈ ਕਿ ਆਪਾਂ ਉਸ ਚੜ੍ਹਦੀ ਕਲਾ ਵਿੱਚ ਨਹੀਂ ਸਾਰੇ ਹੈਗੇ। ਇਹ ਆਪਾਂ ਭੋਗ ਕਰਨੀ ਹੈ। ਇਸੇ ਕਰਕੇ ਸਾਡਾ ਇਹ ਇਕੱਠ ਦਿੱਤਾ ਹੋਇਆ ਹੈ ਕਿ ਗੁਰਬਾਣੀ ਗੁਰੂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਬੈਠ ਕੇ ਵਿਚਾਰ ਕੀਤੀ ਜਾਏ ਵੀ ਕਿਤੇ ਆਪਾਂ ਸ਼ਬਦ ਤੋਂ ਟੁੱਟ ਕੇ ਦੁਬਾਰਾ ਤਾਂ ਨਹੀਂ ਆਪਾਂ ਰੁੱਖਾਂ ਬਿਰਖਾਂ ਬਣੀਆਂ ਇਨਸਾਨੀਆਂ ਪਸ਼ੂਆਂ ਦੀ ਜਾਨਵਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕਿਤੇ ਆਪਾਂ ਗੁਰਬਾਣੀ ਤੋਂ ਟੁੱਟ ਕੇ ਦੁਬਾਰਾ ਤਾਂ ਨਹੀਂ ਕਿਸੇ ਇਨਸਾਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਕਿਸੇ ਡੇਰਿਆਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਕਿਤੇ ਸ਼ਬਦ ਦੀ ਕਮਾਈ ਤੋਂ ਆਪਾਂ ਟੁੱਟ ਕੇ ਦੁਬਾਰਾ ਤਾਂ ਨਹੀਂ ਸੰਸਾਰੀ ਭਰਮਾਂ ਦੇ ਵਿੱਚ ਵਹਿਮਾਂ ਦੇ ਵਿੱਚ ਪੈ ਗਏ। ਤੇ ਜੇ ਆਪਾਂ ਪੈ ਗਏ ਹਾਂ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਵਿੱਚ ਆਪ ਦੀ ਭੁੱਲ ਬਖਸ਼ਾ ਕੇ ਦੁਬਾਰਾ ਤੋਂ ਅੱਜ ਤੋਂ ਹੁਣੇ ਤੋਂ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਅੱਖਰਾਂ ਦਾ ਨਾਮ ਦਿੱਤਾ ਹੈ, ਅਖਰੀ ਨਾਮ अखरी सदा अखरी ज्ञान गीत गुण का, अखरा का नाम होता है वाहिगुरु और अखरा का ज्ञान देता है 1420 हिंदा दे विच। इस ज्ञान इस वाहिगुरु शब्द नूं असीं जप करके धारण करके होर सारियां छोटो पुरानी कूड़ कबाड़ा सारे कूड़ की पूजा को छड्ड के आओ गुरबाणी गुरु देव दा लग लगिए, उन्हां शहीदियां नूं विचारीए कि किवें साडे उस महापुरुषों ने साड़ी पर कृपा की। सो आओ जी 1-2 मिनट आप फिर वाहिगुरु गुरमतਿ का जाप करके समाप्ति करिए। उपरंत आनंद साहब अरदास और दही बताई जाएगी। गुरु के लंगर तैयार हैं, सारे गुरमुखा ने छक के आनंद लेंदे होया वाहिगुरु का सिमरन करते हुए आप अपने घर में जाना और विचार करनी है जो गुरुद्वारे सच्ची संगत दे विच आपने सीख के चले हो। शब्द गुरबाणी के आपने ने धारनी होना, क्योंकि महाराज का हुक्म है जे सुख लेना चाहते हो तो हरि दे नाल वाहिगुरु दे नाल रहना शुरू कर दो। वाहिगुरु साडे नाल असीं उहदे नाल रहना शुरू करना। महाराज कहते ने ये मन मेरिया तू सदा रहो हर नाले, हर नाल रहो तू मन मेरे दुख सब विसारना। अंगीकार वो करे तेरा कारज सब सवार, सबना गला समर्थ स्वामी सो क्यों मनो सारे कहे नानक मन मेरे सदा रहो। कहते नानक कहता मैं हरि के नाल रहना शुरू करो ते हरि किते दूर थोड़ी ना, हरि इस देह दे विच मन मंगल तन वेश कलंदर घट ही तीर्थ नावा एक शब्द मेरे प्राण वस्त है। बहुत मन दे विच हरि है पर ਅਸੀਂ हरि ਨੂੰ ਪਛਾਣਦੇ ਨਹੀਂ, ਅਸੀਂ ਆਸਾ ਮਨਸਾ ਵਿਚਾਰਾਂ ਦੇ ਵਿੱਚ ਪੈ ਕੇ ਕਿਸੇ ਹੋਰ ਦੀ ਪਛਾਣ ਕਰੀ ਜਾਂਦੇ ਹਾਂ। ਤੇ ਮਹਾਰਾਜ ਕਹਿੰਦੇ ਹਰੀ ਤੇਰੇ ਤੋਂ ਦੂਰ ਨਹੀਂ, ਬੇਖਤ ਸੁਰਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਹੈ। ਉਹਦਾ ਮੈਨੂੰ ਦੇਖਣਾ ਪਿਆ ਸੀ ਜਿਵੇਂ ਮਾਤਾ ਬੱਚੇ ਦੇ ਮੁਖ ਦੇ ਵਿੱਚ ਗਰਾਹੀ ਪਾਉਂਦੀ ਹੈ, ਇਸੇ ਤਰੀਕੇ ਇੱਕ ਇੱਕ ਸਵਾਸ ਦੀ ਗਰਾਹੀ ਮੇਰੇ ਸਰੀਰ ਦੇ ਵਿੱਚ ਪਾਉਂਦਾ ਪਿਆ ਸੀਗਾ, ਪਰ ਮੈਨੂੰ ਪਛਾਣ ਨਹੀਂ ਹੋਈ। ਮੈਂ ਮੂਰਖ ਜਾਣਿਆ ਦੂਰੀ ਹੈ, ਮੈਂ ਦੂਰੀ ਸਮਝਦਾ ਰਿਹਾ। मेरे नाल सी मेरे अंग संग सी सदा अंग संगे और भगत भी भूते। हुण महाराज कहते तू उस दे नाल रहना शुरू कर दे। ते उस दे नाल रहण दे लई किसी वस्त्रां दी, किसी भेज दी, किसी घर-बार नूं छड्डण दी लोड़ नहीं। महाराज कहते नामा कहे तलोचना मुख ते राम समाल, हाथ पांव कर काम सब चीत जित निरंजन दे नाल रखना।
ਉਹ ਚਿੱਤ ਨਿਰੰਜਨ ਨਾਲ ਕਿਵੇਂ ਰਹੇ। ਮਹਾਰਾਜ ਜੀ ਦੇ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਢੇਗ, ਮੁਖ ਬਦਲ ਸਦਾ ਸੁਖੀ, ਨਾਨਕ ਸਿਮਰਤ ਏਕ। ਆਓ ਜੀ ਸਿਮਰਨ ਕਰੀਏ। ਸਾਰਿਆਂ ਨੇ ਨੇਤਰ ਬੰਦ ਕਰਕੇ ਮੁਖੋਂ ਬੋਲ ਬੋਲ ਕੇ ਅਭਿਆਸ ਕਰਨਾ ਤੇ ਇੰਨੀ ਕਮਾਈ ਕਰਨੀ ਹੈ ਵੀ ਸਾਡੇ ਅੰਦਰ ਵੀ ਉਹਨਾਂ ਦਾ ਦਰਵਾਜ਼ੇ ਵੱਜਣੇ ਸ਼ੁਰੂ ਹੋ ਜਾਣ। ਸਾਡੇ ਮਨ ਦੇ ਵਿੱਚੋਂ ਆਤਮਿਕ ਜੀਵਨ ਤੇ ਜਾ ਕੇ ਸਾਡੇ ਵੀ ਪ੍ਰਾਪਤੀ ਹੋ ਜਾਵੇ। ਸਾਰਿਆਂ ਨੇ ਕਿਸੇ ਨੇ ਲੋਕ ਲੱਜਾ ਬਸ ਕਈ ਵਾਰੀ ਸਾਂਝ ਸ਼ਰਮ ਬਸ ਅਸੀਂ ਸੰਗਤ ਵਿੱਚ ਬੈਠ ਕੇ ਵੀ ਅਭਿਆਸ ਨਹੀਂ ਕਰਦੇ। ਲੋਕ ਲੱਜਾ ਸਾਂਝ ਸ਼ਰਮ ਤੋਂ ਉੱਪਰ ਉੱਠ ਕੇ ਨੇਤਰ ਬੰਦ ਕਰਕੇ ਮੁਖੋਂ ਬੋਲਦਿਆਂ ਹੋਇਆ ਵਾਹਿਗੁਰੂ ਦਾ ਜਾਪ ਕਰਨਾ। ਆਓ ਜੀ ਸਾਰੇ ਕਰੋ ਸ਼ੁਰੂ ਜੀ। ਵਾਹਿਗੁਰੂ 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 ਵਾਹਿਗੁਰੂ